ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 5th ਇੰਗਲਿਸ਼ ਦਾ ਲੈਸਨ ਨੰਬਰ 7 ਜਿਸ ਦਾ ਨਾਮ ਹੈ ਗਲੋਬਲ ਵਾਰਮਿੰਗ। ਬੱਚਿਓ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪਾਰਟ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਇਸਦੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਸਿੱਖਦੇ ਹਾਂ ਨਵੇਂ ਸ਼ਬਦ। ਗਲੋਬਲ ਦਾ ਅਰਥ ਹੁੰਦਾ ਸੰਸਾਰਿਕ। ਵਾਰਨਿੰਗ ਚੇਤਾਵਨੀ। ਵਹੀਕਲਸ ਵਾਹਨ। ਟਰੈਪ ਦਾ ਅਰਥ ਹੁੰਦਾ ਜਾਲ। ਸਟਬਲ ਹੁੰਦੀ ਆ ਪਰਾਲੀ ਜਾਂ ਫਸਲਾਂ ਦੀ ਰਹਿੰਦ ਖੂੰਹਦ। ਪੋਲਿਊਸ਼ਨ ਦਾ ਅਰਥ ਹੈ ਪ੍ਰਦੂਸ਼ਣ। ਹਾਰਮਫੁਲ ਹਾਨੀਕਾਰਕ। ਇਰੈਡੀਕੇਟ ਜਿਸ ਦਾ ਅਰਥ ਹੈ ਮਿਟਾਉਣਾ। ਪ੍ਰੀ ਰੀਡਿੰਗ ਪਾਠ ਪੜ੍ਹਨ ਤੋਂ ਪਹਿਲਾਂ। ਨੇਮ ਦਾ ਪਲੈਨਟ ਔਨ ਵਿਚ ਵੀ ਲਿਵ, ਕਿ ਅਸੀਂ ਕਿਹੜੇ ਪਲੈਨਟ ਵਿੱਚ ਰਹਿੰਦੇ ਹਾਂ ਤੇ ਇਸ ਦਾ ਨਾਂ ਹੈ, ਉਸਦਾ ਉੱਤਰ ਹੈ ਅਰਥ। ਵੇਅਰ ਡੂ ਵੀ ਗੈਟ ਆਕਸੀਜਨ ਫਰੋਮ, ਸਾਨੂੰ ਆਕਸੀਜਨ ਕਿੱਥੋਂ ਮਿਲਦੀ ਹੈ? ਟਰੀਜ਼। ਤੇ ਵਟ ਵਿਲ ਹੈਪਨ ਇਫ ਆਲ ਟਰੀਜ਼ ਆਰ ਕੱਟ, ਜੇ ਅਸੀਂ ਰੁੱਖਾਂ ਦੀ ਕਟਾਈ ਕਰਾਂਗੇ, ਸਾਰੇ ਰੁੱਖਾਂ ਨੂੰ ਕੱਟ ਲਵਾਂਗੇ ਤਾਂ ਕੀ ਹੋਵੇਗਾ? ਤੇ ਉਹ ਸਾਨੂੰ ਪੋਇਮ ਪੜ੍ਹ ਕੇ ਪਤਾ ਲੱਗ ਜਾਏਗਾ। ਤੇ ਜੇ ਆਪ ਸਾਰਿਆਂ ਨੂੰ ਪਤਾ ਹੈ ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸੋ। ਤੇ ਆਓ ਹੁਣ ਅਸੀਂ ਸ਼ੁਰੂ ਕਰਦੇ ਹਾਂ ਪੋਇਮ ਗਲੋਬਲ ਵਾਰਮਿੰਗ। Cutting of trees is giving us a warning that there is an increase in global warming। ਤੇ ਇਸ ਦਾ ਅਰਥ ਹੈ ਕਿ ਰੁੱਖਾਂ ਦੀ ਕਟਾਈ ਤੋਂ ਸਾਨੂੰ ਵਾਰਨਿੰਗ ਮਿਲ ਰਹੀ ਹੈ, ਚੇਤਾਵਨੀ ਮਿਲ ਰਹੀ ਹੈ। ਕੀ ਚੇਤਾਵਨੀ ਮਿਲ ਰਹੀ ਹੈ? ਕਿ ਰੁੱਖਾਂ ਦੀ ਕਟਾਈ ਦੇ ਨਾਲ ਗਲੋਬਲ ਵਾਰਮਿੰਗ ਹੈ ਉਹ ਵੱਧ ਰਹੀ ਹੈ, ਕਿ ਵਿਸ਼ਵ ਦਾ ਤਾਪਮਾਨ ਹੈ ਉਹ ਵੱਧ ਰਿਹਾ ਹੈ। ਇਟਸ ਇਨਕਰੀਜ਼ਿੰਗ ਡੇ ਬਾਏ ਡੇ, ਵੀ ਆਲ ਆਰ ਅਵੇਅਰ, ਟੂ ਕੰਟਰੋਲ ਇਟ ਵੀ ਡੋਂਟ ਰੀਅਲੀ ਕੇਅਰ। ਕਿ ਗਲੋਬਲ ਵਾਰਮਿੰਗ ਲਗਾਤਾਰ ਵੱਧ ਰਹੀ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਇਸ ਨੂੰ ਕੰਟਰੋਲ ਕਰੀਏ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਾਡਾ ਬਿਲਕੁਲ ਵੀ ਧਿਆਨ ਨਹੀਂ ਹੈ ਅਤੇ ਅਸੀਂ ਇਸ ਗੱਲ ਦੀ ਕੇਅਰ ਵੀ ਨਹੀਂ ਕਰਦੇ ਕਿ ਅਸੀਂ ਗਲੋਬਲ ਵਾਰਮਿੰਗ ਨੂੰ ਵੀ ਕੰਟਰੋਲ ਕਰਨਾ ਹੈ। ਦ ਬਰਨਿੰਗ ਆਫ ਸਟਬਲ ਇਜ਼ ਸਪਰੈਡਿੰਗ ਪੋਲਿਊਸ਼ਨ ਐਂਡ ਵੀ ਹੈਵਨਟ ਸਟਿਲ ਫਾਊਂਡ ਐਨੀ ਸੋਲਿਊਸ਼ਨ। ਕਿ ਪਰਾਲੀ ਨੂੰ ਸਾੜ ਕੇ ਬਹੁਤ ਪ੍ਰਦੂਸ਼ਣ ਹੈ ਉਹ ਫੈਲਦਾ, ਪਰ ਅਸੀਂ ਇਸ ਗੱਲ ਦਾ ਕੋਈ ਵੀ ਹੱਲ ਹੈ ਹਲੇ ਤੱਕ ਨਹੀਂ ਲੱਭਿਆ। ਯੂਜ਼ ਆਫ ਵਹੀਕਲਸ ਇਜ਼ ਇਨਕਰੀਜ਼ਿੰਗ ਡੇ ਬਾਏ ਡੇ, ਆਊਟ ਆਫ ਵਿਚ ਹਾਰਮਫੁਲ ਐਮਿਸ਼ਨਸ ਆਰ ਫਾਈਂਡਿੰਗ ਵੇ। ਗੱਡੀਆਂ ਜਾਂ ਵਾਹਨਾਂ ਦੀ ਵਰਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਜਿਸ ਨਾਲ ਹਾਨੀਕਾਰਕ ਗੈਸਾਂ ਉਹ ਨਿਕਲ ਰਹੀਆਂ ਹਨ। ਹਾਰਮਫੁਲ ਐਮਿਸ਼ਨਸ ਦਾ ਅਰਥ ਹੈ ਹਾਨੀਕਾਰਕ ਗੈਸਾਂ। ਅਤੇ ਉਹ ਹਾਨੀਕਾਰਕ ਗੈਸਾਂ ਕਿੱਥੇ ਜਾ ਰਹੀਆਂ ਨੇ? ਐਟਮੋਸਫੀਅਰ ਵਿੱਚ ਹੀ ਜਾ ਰਹੀਆਂ ਹਨ। ਹਾਈ ਯੂਜ਼ ਆਫ ਫਰਟੀਲਾਈਜ਼ਰਸ ਹੈਜ਼ ਰੇਜ਼ਡ ਅਰਥਸ ਟੈਂਪਰੇਚਰ ਵਿਚ ਇਜ਼ ਇੰਡੀਡ ਅ ਥ੍ਰੈਟ ਟੂ ਮਦਰ ਨੇਚਰ। ਅਤੇ ਫਰਟੀਲਾਈਜ਼ਰ ਹੁੰਦਾ ਖਾਦ। ਕਿ ਖਾਦ ਦੀ ਬਹੁਤੀ ਵਰਤੋਂ ਨਾਲ ਅਰਥ ਦਾ, ਧਰਤੀ ਦਾ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ ਉਹ ਬਹੁਤ ਵੱਧ ਗਿਆ ਹੈ, ਜੋ ਕਿ ਮਦਰ ਨੇਚਰ ਲਈ, ਕੁਦਰਤ ਲਈ ਇੱਕ ਥ੍ਰੈਟ ਹੈ। ਅਤੇ ਜਿਸ ਦਾ ਅਰਥ ਹੈ ਕਿ ਖਾਦ ਦੀ ਬਹੁਤੀ ਵਰਤੋਂ ਨਾਲ ਜਿਹੜਾ ਟੈਂਪਰੇਚਰ ਵਧੂਗਾ ਉਹ ਕੁਦਰਤ ਦੇ ਲਈ ਵੀ ਨੁਕਸਾਨਦਾਇਕ ਹੈ। ਅਰ ਲਾਈਫ ਵਿਲ ਸੂਨ ਬਿਕਮ ਅ ਡਰੈਡਫੁਲ ਹੈਲ ਐਂਡ ਔਨ ਦਿਸ ਪਲੈਨਟ ਇਟ ਵਿਲ ਬੀ ਡਿਫੀਕਲਟ ਟੂ ਡਵੈਲ। ਅਤੇ ਡਰੈਡਫੁਲ ਦਾ ਅਰਥ ਹੁੰਦਾ ਭਿਆਨਕ, ਹੈਲ ਦਾ ਅਰਥ ਹੁੰਦਾ ਨਰਕ ਅਤੇ ਡਵੈਲ ਦਾ ਅਰਥ ਹੁੰਦਾ ਰਹਿਣਾ। ਅਤੇ ਹੁਣ ਇੱਥੇ ਸਾਨੂੰ ਕਿਹਾ ਗਿਆ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਕਿ ਰੁੱਖਾਂ ਦੀ ਕਟਾਈ ਜੇ ਇਸ ਤਰ੍ਹਾਂ ਹੀ ਹੁੰਦੀ ਗਈ, ਪਰਾਲੀ ਨੂੰ ਇਸ ਤਰ੍ਹਾਂ ਹੀ ਸਾੜਿਆ ਗਿਆ ਅਤੇ ਵਹੀਕਲਸ ਦੀ, ਗੱਡੀਆਂ ਜਾਂ ਵਾਹਨਾਂ ਦੀ ਇਸ ਤਰ੍ਹਾਂ ਹੀ ਵਰਤੋਂ ਕੀਤੀ ਗਈ ਅਤੇ ਖਾਦ ਦੀ ਵੀ ਅਸੀਂ ਜੇ ਬਹੁਤੀ ਵਰਤੋਂ ਕਰਾਂਗੇ ਤਾਂ ਕੀ ਹੋਏਗਾ? ਅਤੇ ਸਾਡੀ ਜ਼ਿੰਦਗੀ ਹੈ ਉਹ, ਸਾਡੀ ਲਾਈਫ ਹੈ ਉਹ ਭਿਆਨਕ ਨਰਕ ਵਾਂਗ ਹੋ ਜਾਏਗੀ ਅਤੇ ਇਸ ਧਰਤੀ ਵਿੱਚ ਰਹਿਣਾ ਵੀ ਬਹੁਤ ਔਖਾ ਹੋ ਜਾਏਗਾ। Now we should find solution for global warming to make the earth worth living for generations coming। worth living ਦਾ ਅਰਥ ਹੁੰਦਾ ਰਹਿਣ ਯੋਗ ਅਤੇ generations coming ਦਾ ਅਰਥ ਹੁੰਦਾ ਆਉਣ ਵਾਲੀ ਪੀੜ੍ਹੀਆਂ ਦੇ ਲਈ। ਅਤੇ ਸਾਨੂੰ ਇਸ ਸਮੱਸਿਆ ਦਾ ਹੱਲ ਹੈ ਉਹ ਕੱਢਣਾ ਪੈਣਾ, ਹੱਲ ਲੱਭਣਾ ਪੈਣਾ ਹੈ ਤਾਂ ਜੋ ਜਿਹੜੀ ਧਰਤੀ ਉਹ ਰਹਿਣ ਯੋਗ ਹੋ ਸਕੇ। ਕਿੰਨਾਂ ਲਈ ਰਹਿਣ ਯੋਗ ਹੋ ਸਕੇ? ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਅਤੇ ਇਹ ਪੋਇਮ ਸਾਨੂੰ ਕੀ ਸਿਖਾਉਂਦੀ ਹੈ? ਕਿ ਗਲੋਬਲ ਵਾਰਮਿੰਗ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਰੁੱਖ ਲਾਉਣੇ ਚਾਹੀਦੇ ਹਨ, ਰੁੱਖਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ, ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ, ਵਹੀਕਲਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਫਰਟੀਲਾਈਜ਼ਰਸ, ਖਾਦ ਦੀ ਵੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਅਤੇ ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਹੁਣ ਅਸੀਂ ਕਰਾਂਗੇ ਇਸਦੀ ਬੈਕ ਐਕਸਰਸਾਈਜ਼, ਜਿਸ ਵਿੱਚ ਸਭ ਤੋਂ ਪਹਿਲਾਂ ਫਿਲ ਇਨ ਦਾ ਬਲੈਂਕਸ। ਕਟਿੰਗ ਆਫ ਟਰੀਜ਼ ਇਜ਼ ਗਿਵਿੰਗ ਅਸ ਅ ਵਾਰਨਿੰਗ। High use of fertilizers has raised Earth's temperature। Global warming is a burning topic, कि global warming है वो एक पखदा मुद्दा है। Use of vehicles is increasing day by day। On this planet it will be difficult to dwell।
ਤੇ ਹੁਣ ਇਸ ਤੋਂ ਬਾਅਦ ਰਾਈਟ ਦ ਰਾਈਮਿੰਗ ਵਰਡਸ ਯੂਜ਼ ਇਨ ਦ ਪੋਇਮ। ਰਾਈਮਿੰਗ ਵਰਡਸ ਹੁੰਦੇ ਆ ਜਿਨ੍ਹਾਂ ਦੀ ਐਂਡਿੰਗ ਸਾਊਂਡ ਇੱਕੋ ਜਿਹੀ ਹੋਏ, ਇੱਕੋ ਹੀ ਲੈ ਵਾਲੇ ਸ਼ਬਦ। ਵਾਰਨਿੰਗ ਵਾਰਮਿੰਗ ਹੋ ਗਿਆ, ਅਵੇਅਰ ਕੇਅਰ, ਪੋਲਿਊਸ਼ਨ ਸੋਲਿਊਸ਼ਨ, ਡੇ ਵੇ, ਹੈਲ ਡਵੈਲ, ਟੈਂਪਰੇਚਰ ਨੇਚਰ। ਤੇ ਇਸ ਤੋਂ ਬਾਅਦ ਟਰੂ ਜਾਂ ਫਾਲਸ, ਸਹੀ ਜਾਂ ਗਲਤ। We should cut more and more trees, ਤੇ false ਹੈ। We should use less fertilizers, ਇਹ true ਹੈ। Rise in temperature will make our life happy, ਤੇ false ਹੈ। ਇਸ ਤੋਂ ਬਾਅਦ we should get our vehicles checked at specific intervals, ਇਹ true ਹੈ। ਤੇ ਇਸ ਦਾ ਅਰਥ ਹੈ ਕਿ ਸਾਨੂੰ ਜਿਹੜੀ ਆਪਣੀ ਗੱਡੀ ਨੂੰ ਕੁਝ ਸਮੇਂ ਤੇ ਉਸ ਦੀ ਜਾਂਚ ਜਾਂ ਚੈੱਕ ਹੈ ਉਸਨੂੰ ਕਰਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਕੰਪਲੀਟਡ, ਕਿ ਹੁਣ ਅਸੀਂ ਲਾਈਨਸ ਨੂੰ ਕੰਪਲੀਟ ਕਰਨਾ ਪੋਇਮ ਨੂੰ ਦੇਖ ਕੇ। ਤਾਂ ਬਰਨਿੰਗ ਆਫ ਸਟਬਲ ਇਜ਼ ਸਪਰੈਡਿੰਗ ਪੋਲਿਊਸ਼ਨ and we haven't still found any solution. Use of vehicles is increasing day by day, out of which harmful emissions are finding way. ਤੇ ਇਸ ਤੋਂ ਬਾਅਦ ਹੈ write the names of things you see in the picture, ਕਿ ਸਾਨੂੰ ਇੱਕ ਪਿਕਚਰ ਦਿੱਤੀ ਗਈ ਹੈ ਬਹੁਤ ਹੀ ਵਧੀਆ, ਤੇ ਇਸ ਵਿੱਚ ਜਿਹੜੀਆਂ ਵੀ ਚੀਜ਼ਾਂ ਅਸੀਂ ਦੇਖ ਰਹੇ ਹਾਂ ਤੇ ਸਾਨੂੰ 8 ਚੀਜ਼ਾਂ ਬਾਰੇ ਥੱਲੇ ਲਿਖਣਾ ਹੈ। ਤੇ ਅਸੀਂ ਇਸ ਵਿੱਚ ਲਿਖ ਸਕਦੇ ਹਾਂ ਸਨ, ਕਲਾਊਡ, ਸਟਾਰਸ, ਮੂਨ, ਮਾਊਂਟੇਨਸ, ਐਲੀਫੈਂਟ, ਟਰੀਜ਼ ਅਤੇ ਫਲਾਵਰਸ। ਤੇ ਇਸ ਤੋਂ ਬਾਅਦ ਰਾਈਟ ਦ ਨੇਮਸ ਆਫ ਦ ਵਰਡਸ, ਕਿ ਅਸੀਂ ਪੰਛੀਆਂ ਦੇ ਨਾਂ ਲਿਖਣੇ ਹਨ। ਆਊਲ, ਸਪੈਰੋ, ਕ੍ਰੋ, ਪਿਜਨ, ਪੈਰਟ, ਡਕ, ਪੀਕੌਕ। ਇਸ ਤੋਂ ਬਾਅਦ ਹੈ ਲੈਂਗੁਏਜ ਕਾਰਨਰ, ਤੇ ਇਸ ਵਿੱਚ ਅਸੀਂ ਗ੍ਰਾਮਰ ਸਿੱਖਾਂਗੇ। ਲੁੱਕ ਐਟ ਦ ਪਿਕਚਰ ਐਂਡ ਫਿਲ ਇਨ ਦ ਬਲੈਂਕਸ ਵਿਦ ਅ ਸੁਟੇਬਲ ਡਿਸਕ੍ਰਾਈਬਿੰਗ ਵਰਡ, ਕਿ ਅਸੀਂ ਖਾਲੀ ਥਾਵਾਂ ਨੂੰ ਇੱਕ ਵਧੀਆ ਜਿਹੇ ਸ਼ਬਦ ਦੇ ਨਾਲ ਭਰਨਾ ਜੋ ਸ਼ਬਦ ਹੋਏਗਾ ਇਸ ਨੂੰ ਡਿਸਕ੍ਰਾਈਬ ਕਰੇ ਚੰਗੀ ਤਰ੍ਹਾਂ। ਅ ਸਵੀਟ ਮੈਂਗੋ, a beautiful flower, a shady tree, a tasty ice cream, a sports car, a big elephant. Such describing words are called adjectives. These words describe a noun or a pronoun. ਕਿ ਇਹਨਾਂ ਸ਼ਬਦਾਂ ਨੂੰ ਐਡਜੈਕਟਿਵਸ ਕਿਹਾ ਜਾਂਦਾ, ਜਿਸ ਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ, ਤੇ ਇਹ ਸਾਨੂੰ ਨਾਉਂ ਜਾਂ ਪ੍ਰਨਾਉਂ ਦੀ ਵਿਸ਼ੇਸ਼ਤਾ ਦੱਸਦੇ ਹਨ। ਤੇ ਇਸ ਤੋਂ ਬਾਅਦ ਹੈ ਅੰਡਰਲਾਈਨ ਦ ਐਡਜੈਕਟਿਵਸ ਇਨ ਦ ਫੋਲੋਇੰਗ ਸੈਂਟੈਂਸਸ, ਕਿ ਇਸ ਤੇ ਥੱਲੇ ਦਿੱਤੀਆਂ ਗਈਆਂ ਲਾਈਨਾਂ ਵਿੱਚ ਵਾਕਾਂ ਵਿੱਚ ਐਡਜੈਕਟਿਵਸ ਨੂੰ ਵਿਸ਼ੇਸ਼ਣ ਨੂੰ ਅੰਡਰਲਾਈਨ ਕਰੋ। ਮਾਈ ਮਦਰ ਕੁਕਸ ਟੇਸਟੀ ਫੂਡ, ਤੇ ਫੂਡ ਦੀ ਕੀ ਵਿਸ਼ੇਸ਼ਤਾ ਕਿ ਫੂਡ ਟੇਸਟੀ ਹੈ, ਤੇ ਇਸ ਵਿੱਚ ਐਡਜੈਕਟਿਵ ਹੈ ਟੇਸਟੀ। ਦਿਸ ਪੇਂਟਿੰਗ ਇਜ਼ ਵੈਰੀ ਕਲਰਫੁਲ, ਤੇ ਪੇਂਟਿੰਗ ਦੀ ਕੀ ਵਿਸ਼ੇਸ਼ਤਾ ਕਿ ਉਹ ਕਲਰਫੁਲ ਹੈ, ਤੇ ਕਲਰਫੁਲ ਹੋ ਗਿਆ ਐਡਜੈਕਟਿਵ। ਐਲੀਫੈਂਟ ਇਜ਼ ਅ ਹਿਊਜ ਐਨੀਮਲ, ਤੇ ਇੱਥੇ ਐਡਜੈਕਟਿਵ ਹੈ ਹਿਊਜ। ਵੀ ਸ਼ੁਡ ਈਟ ਫਰੈਸ਼ ਫਰੂਟਸ, ਤੇ ਇੱਥੇ ਐਡਜੈਕਟਿਵ ਹੈ ਫਰੈਸ਼। ਐਂਡ ਓਲਡ ਮੈਨ ਵਾਜ਼ ਸਿਟਿੰਗ ਔਨ ਦ ਬੈਂਚ, ਤੇ ਇੱਥੇ ਐਡਜੈਕਟਿਵ ਹੈ ਓਲਡ। ਇਸ ਤੋਂ ਬਾਅਦ ਡਿਗਰੀਜ਼ ਆਫ ਐਡਜੈਕਟਿਵਸ, ਕਿ ਵਿਸ਼ੇਸ਼ਣ ਦੀਆਂ ਡਿਗਰੀਆਂ। ਸਮ ਐਡਜੈਕਟਿਵਸ ਆਰ ਯੂਜ਼ਡ ਟੂ ਕੰਪੇਅਰ 2 or more nouns or pronouns, ਇਹ ਕੁਝ ਵਿਸ਼ੇਸ਼ਣ ਅਜਿਹੇ ਹੁੰਦੇ ਹਨ ਜੋ ਕਿ 2 ਜਾਂ 2 ਤੋਂ ਵੱਧ ਨਾਂਵ ਜਾਂ ਪੜਨਾਂਵ ਦੀ ਤੁਲਨਾ ਕਰਦੇ ਹਨ। ਐਵਰੀ ਐਡਜੈਕਟਿਵ ਹੈਜ਼ 3 degrees, ਪੋਜ਼ੀਟਿਵ ਡਿਗਰੀ, ਕੰਪੈਰੇਟਿਵ ਡਿਗਰੀ ਅਤੇ ਸੁਪਰਲੇਟਿਵ ਡਿਗਰੀ। ਹਰ ਵਿਸ਼ੇਸ਼ਣ ਦੀਆਂ 3 ਡਿਗਰੀਆਂ ਹੁੰਦੀਆਂ ਹਨ। ਪੋਜ਼ੀਟਿਵ ਡਿਗਰੀ ਸਕਾਰਾਤਮਕ ਡਿਗਰੀ, ਕੰਪੈਰੇਟਿਵ ਡਿਗਰੀ ਤੁਲਨਾਤਮਕ ਡਿਗਰੀ ਅਤੇ ਸੁਪਰਲੇਟਿਵ ਡਿਗਰੀ ਉੱਤਮ ਡਿਗਰੀ। The comparative degree is usually found by adding er and the superlative by adding est to the positive degree. ਦੇ ਕੀ ਹੁੰਦਾ ਕਿ ਜੇ ਅਸੀਂ ਪੋਜ਼ੀਟਿਵ ਡਿਗਰੀ ਦੇ ਅੱਗੇ ਈਅਰ ਲਗਾ ਦਈਏ ਤਾਂ ਕੰਪੈਰੇਟਿਵ ਡਿਗਰੀ ਬਣ ਜਾਊਗੀ ਜਨਰਲੀ ਮੋਸਟ ਕੇਸਿਸ ਵਿੱਚ, ਤੇ ਜੇ ਈਐਸਟੀ ਲਗਾ ਦਈਏ ਤਾਂ ਉਹ ਸੁਪਰਲੇਟਿਵ ਡਿਗਰੀ ਬਣ ਜਾਊਗੀ। ਤੇ ਇਸ ਦਾ ਇਹ ਰੂਲ ਹੁੰਦਾ ਕਿ ਜੇ ਅਸੀਂ ਇੱਕ ਸਿੰਗਲ ਨਾਊਨ ਦੀ ਗੱਲ ਕਰੀਏ ਤਾਂ ਉਹ ਹੋਏਗੀ ਪੋਜ਼ੀਟਿਵ ਡਿਗਰੀ, ਨਾਊਨ ਜਾਂ ਪ੍ਰੋਨਾਊਨ ਦੀ ਗੱਲ ਕਰੀਏ। ਪਰ ਜੇ ਅਸੀਂ ਦੋ ਦਾ ਕੰਪੈਰੀਜ਼ਨ ਕਰੀਏ, 2 ਨਾਊਨਸ ਜਾਂ ਪ੍ਰੋਨਾਊਨਸ ਦਾ, ਤਾਂ ਉਹ ਹੋ ਜਾਏਗੀ ਕੰਪੈਰੇਟਿਵ ਡਿਗਰੀ। ਤੇ ਜੇ ਅਸੀਂ ਇਸ ਇੱਕ ਫੀਲਡ ਵਿੱਚ ਕਿਸੇ ਬੈਸਟ ਚੀਜ਼ ਦੀ ਗੱਲ ਕਰੀਏ, ਕਿ ਸਭ ਤੋਂ ਉੱਤਮ ਚੀਜ਼ ਦੀ ਗੱਲ ਕਰੀਏ, ਤਾਂ ਉਹ ਹੋ ਜਾਏਗੀ ਸੁਪਰਲੇਟਿਵ ਡਿਗਰੀ। ਤੇ ਜਦੋਂ ਅਸੀਂ ਐਗਜ਼ਾਮਪਲ ਕਰਾਂਗੇ ਤਾਂ ਸਾਨੂੰ ਹੋਰ ਕਲੀਅਰ ਹੋ ਜਾਏਗਾ। ਜਿਵੇਂ ਕਿ ਰਮੇਸ਼ ਇਜ਼ ਅ ਟਾਲ ਬੋਏ, ਤੇ ਸਾਨੂੰ ਪਤਾ ਲੱਗਾ ਕਿ ਉਹ ਟਾਲ ਬੋਏ, ਤਾਂ ਹੋ ਗਈ ਪੋਜ਼ੀਟਿਵ ਡਿਗਰੀ ਕਿ ਅਸੀਂ ਇੱਕ ਹੀ ਨਾਊਨ ਦੀ ਗੱਲ ਕੀਤੀ ਹੈ। ਤੇ ਰਮੇਸ਼ ਇਜ਼ ਟਾਲਰ ਦੈਨ ਸੁਰੇਸ਼, ਤੇ ਇੱਥੇ 2 ਦਾ ਕੰਪੈਰੀਜ਼ਨ ਹੋ ਗਿਆ ਰਮੇਸ਼ ਤੇ ਸੁਰੇਸ਼ ਦਾ, ਤੇ ਹੋ ਗਈ ਸੈਕੰਡ ਡਿਗਰੀ ਯੂਜ਼ ਟਾਲਰ। ਤੇ ਜੇ ਅਸੀਂ ਯੂਜ਼ ਕਰਾਂਗੇ ਕਿ ਉਹ ਕਲਾਸ ਵਿੱਚ ਸਭ ਤੋਂ ਜ਼ਿਆਦਾ ਲੰਬਾ ਹੈ, ਰਮੇਸ਼ ਇਜ਼ ਦ ਟਾਲੈਸਟ ਇਨ ਦ ਕਲਾਸ, ਤੇ ਇੱਥੇ ਜਿਹੜੀ ਡਿਗਰੀ ਯੂਜ਼ ਹੋਈ ਹੈ ਉਹ ਹੈ ਸੁਪਰਲੇਟਿਵ ਡਿਗਰੀ, ਕਿ ਪੂਰੀ ਕਲਾਸ ਵਿੱਚ ਉਹ ਸਭ ਤੋਂ ਜ਼ਿਆਦਾ ਉੱਚਾ ਹੈ। ਤੇ ਜਦੋਂ ਸੁਪਰਲੇਟਿਵ ਡਿਗਰੀ ਯੂਜ਼ ਹੁੰਦੀ ਹੈ ਤਾਂ ਉਸ ਦੇ ਨਾਲ ਦ ਵੀ ਲੱਗਦਾ। ਤੇ ਹੁਣ ਅਸੀਂ ਐਗਜ਼ਾਮਪਲਸ ਕਰਦੇ ਹਾਂ ਕਿ ਪਹਿਲਾਂ ਤਾਂ ਡਾਇਗਰਾਮ ਵਾਲੇ ਐਗਜ਼ਾਮਪਲਸ ਦੇਖ ਲਓ, ਟਾਲ, ਟਾਲਰ, ਟਾਲੈਸਟ। ਤੇ ਜਦੋਂ ਅਸੀਂ ਇੱਕ ਬੰਦੇ ਦੀ ਗੱਲ ਕਰਾਂਗੇ ਤਾਂ ਟਾਲ ਯੂਜ਼ ਕਰਾਂਗੇ, ਤੇ 2 ਦਾ ਕੰਪੈਰੀਜ਼ਨ ਕਰਾਂਗੇ ਤਾਂ ਟਾਲਰ, ਤੇ ਜੇ ਪੂਰੇ ਗਰੁੱਪ ਵਿੱਚ ਸਭ ਤੋਂ ਜ਼ਿਆਦਾ ਲੰਬੇ ਦੀ ਗੱਲ ਕਰਾਂਗੇ ਤਾਂ ਹੋ ਜਾਏਗਾ ਟਾਲੈਸਟ। ਇਸੇ ਤਰ੍ਹਾਂ ਹੌਟ, ਹੌਟਰ, ਹੌਟੈਸਟ, ਗੁੱਡ, ਬੈਟਰ, ਬੈਸਟ, ਬੈਡ, ਵਰਸ, ਵਰਸਟ, ਬ੍ਰੇਵ, ਬ੍ਰੇਵਰ, ਬ੍ਰੇਵੈਸਟ।
clever, cleverer, cleverest, early, earlier, earliest, hot, hotter, hottest, tall, taller, tallest, old, older, oldest। ਤੇ ਇਸ ਤਰ੍ਹਾਂ ਦੇ ਬਾਕੀ ਤੁਸੀਂ ਆਪਣੇ ਆਪ ਹੀ ਰੀਡ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਕੰਪਲੀਟ ਦਾ ਫੋਲੋਇੰਗ ਸੈਂਟੈਂਸਸ ਬਾਈ ਯੂਜ਼ਿੰਗ ਦ ਕਰੈਕਟ ਡਿਗਰੀਜ਼ ਆਫ ਐਡਜੈਕਟਿਵਸ ਗਿਵਨ ਇਨ ਦ ਬ੍ਰੈਕਟਸ ਕਿ ਸਾਨੂੰ ਨਾ ਫਿਲ ਇਨ ਦ ਬਲੈਂਕਸ ਭਰਨੇ ਹਨ ਤੇ ਅਸੀਂ ਸਹੀ ਡਿਗਰੀ ਨੂੰ ਠੀਕ ਡਿਗਰੀ ਨੂੰ ਯੂਜ਼ ਕਰਨਾ ਹੈ। ਜਸਪ੍ਰੀਤ ਇਜ਼ ਟਾਲਰ ਦੈਨ ਰਾਜਨ ਕਿ ਦੋ ਦਾ ਕੰਪੈਰੀਜ਼ਨ ਹੈ ਤੇ ਇਸ ਵਿੱਚ ਅਸੀਂ ਯੂਜ਼ ਕਰਾਂਗੇ ਕੰਪੈਰੇਟਿਵ ਡਿਗਰੀ ਤੇ ਟਾਲਰ ਆ ਜਾਏਗਾ। ਸ਼ੀ ਇਜ਼ 올ਡਰ ਦੈਨ ਮਾਈ ਮਦਰ ਤੇ ਇੱਥੇ ਵੀ ਸੈਕੰਡ ਡਿਗਰੀ ਹੈ ਮੀਨਸ ਕਿ ਕੰਪੈਰੇਟਿਵ ਡਿਗਰੀ ਉਹ ਯੂਜ਼ ਹੋਈ ਹੈ। ਸ਼ੀ ਇਜ਼ ਦ ਬੈਸਟ ਗਰਲ ਆਫ ਆਰ ਕਲਾਸ ਤੇ ਇੱਥੇ ਜਿਹੜੀ ਡਿਗਰੀ ਯੂਜ਼ ਹੋਏਗੀ ਉਹ ਹੈਗੀ ਸੁਪਰਲੇਟਿਵ ਕਿਉਂਕਿ ਪੂਰੀ ਕਲਾਸ ਵਿੱਚੋਂ ਸਭ ਤੋਂ ਉੱਤਮ ਕੁੜੀ ਹੈ। ਆਈ ਐਮ ਐਨ ਐਫੀਸ਼ੀਐਂਟ ਵਰਕਰ ਤੇ ਇੱਥੇ ਹੈ ਪੋਜ਼ੀਟਿਵ ਡਿਗਰੀ ਯੂਜ਼ ਹੋਈ ਕਿਉਂਕਿ ਇੱਕ ਸਿੰਗਲ ਵਰਕਰ ਦੀ ਗੱਲ ਕੀਤੀ ਗਈ ਹੈ। ਅ ਡੌਗ ਇਜ਼ ਬਿਗਰ ਦੈਨ ਅ ਰੈਬਿਟ ਤੇ ਦੋ ਦਾ ਕੰਪੈਰੀਜ਼ਨ ਹੋ ਗਿਆ ਤੇ ਕੰਪੈਰੇਟਿਵ ਡਿਗਰੀ ਇੱਥੇ ਯੂਜ਼ ਹੋਈ ਹੈ। ਇਸ ਤੋਂ ਬਾਅਦ ਕੰਪਲੀਟ ਦ ਸੈਂਟੈਂਸਸ ਯੂਜ਼ਿੰਗ ਸੁਟੇਬਲ ਆਰਟੀਕਲਸ ਏ ਐਨ ਜਾਂ ਦ ਤੇ ਅਸੀਂ ਆਰਟੀਕਲਸ ਨੂੰ ਯੂਜ਼ ਕਰਨਾ। ਆਈ ਐਮ ਰੀਡਿੰਗ ਅ ਬੁੱਕ ਹੀ ਇਜ਼ ਐਨ ਓਨੈਸਟ ਮੈਨ ਤੇ ਇੱਥੇ ਐਚ ਸਾਇਲੈਂਟ ਹੈ ਇਸ ਕਰਕੇ ਐਨ ਯੂਜ਼ ਹੋਇਆ। ਦ ਰੈਡ ਫੋਰਟ ਇਜ਼ ਇਨ ਦਿੱਲੀ ਕਿਉਂਕਿ ਅਸੀਂ ਪਰਟੀਕੂਲਰ ਖਾਸ ਥਾਂ ਦੀ ਗੱਲ ਕੀਤੀ ਤੇ ਇਸ ਕਰਕੇ ਦ ਆਇਆ। ਸਪੀਕ ਦ ਟਰੂਥ ਡੋਂਟ ਟੈਲ ਅ ਲਾਈ ਅ ਬਰਡ ਇਜ਼ ਫਲਾਈਂਗ ਇਨ ਦ ਸਕਾਈ ਮਾਈ ਕਜ਼ਨ ਇਜ਼ ਅ ਡਾਕਟਰ ਐਨ ਐਸਟਰੋਨੌਟ ਕੈਨ ਗੋ ਟੂ ਦ ਮੂਨ ਦ ਅਰਥ ਗੋਜ਼ ਰਾਊਂਡ ਦ ਸਨ ਦ ਵਿੰਡੋ ਇਜ਼ ਮੇਡ ਆਫ ਗਲਾਸ ਕਿ ਉਹ ਜਿਹੜੀ ਖਿੜਕੀ ਹੈ ਉਹ ਗਲਾਸ 'ਚ ਬਣੀ ਹੋਈ ਹੈ ਤੇ ਇੱਥੇ ਇੱਕ ਪਰਟੀਕੂਲਰ ਖਿੜਕੀ ਦੀ ਗੱਲ ਕੀਤੀ ਗਈ ਤੇ ਇਸ ਕਰਕੇ ਆਊਗਾ ਦ। ਦੇਅਰ ਇਜ਼ ਐਨ ਐਪਲ ਐਂਡ ਅ ਬਨਾਨਾ ਇਨ ਦ ਪਲੇਟ ਲੁੱਕ ਐਟ ਦ ਬਲੈਕ ਬੋਰਡ ਤੇ ਇਸ ਤੋਂ ਬਾਅਦ ਪੰਚੁਏਟ ਐਂਡ ਰੀਰਾਈਟ ਦ ਫੋਲੋਇੰਗ ਪੈਰਾਗ੍ਰਾਫ ਕਿ ਅਸੀਂ ਪੈਰਾਗ੍ਰਾਫ ਨੂੰ ਠੀਕ ਕਰਕੇ ਲਿਖਣਾ ਹੈ ਕਿ ਜਿੱਥੇ ਕੈਪੀਟਲ ਦੀ ਵਰਤੋਂ ਹੋਣੀ ਉੱਥੇ ਕੈਪੀਟਲ, ਜਿੱਥੇ ਕੋਮਾ ਹੋਊਗਾ ਉੱਥੇ ਕੋਮਾ, ਜਿੱਥੇ ਫੁੱਲ ਸਟਾਪ ਉੱਥੇ ਅਸੀਂ ਫੁੱਲ ਸਟਾਪ ਲਾਣਾ। ਮਨੂ ਵਾਂਟਡ ਟੂ ਸੀ ਅ ਲਾਇਨ ਤੇ ਇੱਥੇ ਮਨੂ ਦਾ ਐਮ ਕੈਪੀਟਲ ਆ ਜਾਊਗਾ ਤੇ ਲਾਇਨ ਦੇ ਬਾਅਦ ਆ ਜਾਏਗਾ ਫੁੱਲ ਸਟਾਪ। ਡੈਡ ਟੁਕ ਹਰ ਟੂ ਦ ਜ਼ੂ ਤੇ ਡੈਡ ਦਾ ਡੀ ਕੈਪੀਟਲ ਆ ਜਾਏਗਾ, ਜ਼ੂ ਤੋਂ ਬਾਅਦ ਹੋ ਜਾਏਗਾ ਫੁੱਲ ਸਟਾਪ। ਮਨੂ ਸੌ ਲਾਇਨ ਇਨ ਦ ਕੇਜ ਤੇ ਮਨੂ ਦਾ ਹੋ ਜਾਏਗਾ ਐਮ ਕੈਪੀਟਲ। ਸ਼ੀ ਆਲਸੋ ਸਾ ਮੰਕੀ ਕੋਮਾ ਟਾਈਗਰ ਕੋਮਾ ਫੌਕਸ ਐਂਡ ਜ਼ੈਬਰਾ ਇਨ ਦ ਜ਼ੂ ਤੇ ਸ਼ੀ ਦਾ ਐਸ ਵੀ ਕੈਪੀਟਲ ਹੋ ਜਾਏਗਾ ਤੇ ਜ਼ੂ ਤੋਂ ਬਾਅਦ ਆ ਜਾਏਗਾ ਫੁੱਲ ਸਟਾਪ ਤੇ ਉਸ ਤੋਂ ਬਾਅਦ ਕੈਪੀਟਲ ਵਿੱਚ ਐਸ। ਸ਼ੀ ਵਾਜ਼ ਵੈਰੀ ਹੈਪੀ ਟੂ ਸੀ ਆਲ ਐਨੀਮਲਸ ਇਨ ਦ ਜ਼ੂ ਤੇ ਇਸ ਤੋਂ ਬਾਅਦ ਆ ਜਾਊਗਾ ਫੁੱਲ ਸਟਾਪ। ਤੇ ਹੁਣ ਅਸੀਂ ਇੱਕ ਪੋਇਮ ਨੂੰ ਪੜ੍ਹਾਂਗੇ ਬਹੁਤ ਹੀ ਵਧੀਆ, ਫਾਦਰ ਅਪ ਅਬਵ ਤੇ ਇਹ ਪੋਇਮ ਸਾਨੂੰ ਇੱਕ ਸਿੱਖਿਆ ਵੀ ਦਿੰਦੀ ਹੈ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ। ਓ ਮਾਈ ਆਈਜ਼ ਵਟ ਡੂ ਯੂ ਸੀ ਦੇਰ ਇਜ਼ ਫਾਦਰ ਅਪ ਅਬਵ ਲੁਕਿੰਗ ਡਾਊਨ ਵਿਦ ਟੈਂਡਰ ਲਵ ਸੋ ਬੀ ਕੇਅਰਫੁਲ ਵਟ ਟੂ ਸੀ। ਉਹ ਮੇਰੀਆਂ ਅੱਖਾਂ ਤੂੰ ਕੀ ਦੇਖ ਰਹੀਆਂ ਕਿ ਸਾਡਾ ਪਿਤਾ ਸਾਨੂੰ ਪਿਆਰ ਨਾਲ ਉੱਪਰੋਂ ਦੇਖ ਰਿਹਾ, ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਦੇਖ ਰਹੇ ਹੋ। ਤੇ ਇੱਥੇ ਫਾਦਰ ਅਪ ਅਬਵ ਕਿਹਨੂੰ ਕਿਹਾ ਗਿਆ ਕਿ ਜੋ ਸਾਨੂੰ ਉੱਪਰੋਂ ਦੇਖ ਰਿਹਾ ਉਹ ਹੈ ਰੱਬ ਨੂੰ ਕਿਹਾ ਗਿਆ, ਗੋਡ ਨੂੰ ਕਿਹਾ ਗਿਆ। Oh my ears, what do you hear? There is father up above looking down with tender love, so be careful what to hear. ਉਹ ਮੇਰੇ ਕੰਨ ਤੁਸੀਂ ਕੀ ਸੁਣ ਰਹੇ ਹੋ ਕਿ ਸਾਡਾ ਪਿਤਾ ਸਾਨੂੰ ਉੱਪਰੋਂ ਦੇਖ ਰਿਹਾ, ਉਹ ਵੀ ਬਹੁਤ ਹੀ ਪਿਆਰ ਨਾਲ, ਤੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੁਣ ਰਹੇ ਹੋ। Oh my hands, what do you do? There is father up above looking down with tender love, so be careful what to do. ਉਹ ਮੇਰੇ ਹੱਥ ਤੁਸੀਂ ਕਿਹੜਾ ਕੰਮ ਕਰ ਰਹੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਕਿ ਉੱਪਰੋਂ ਸਾਡਾ ਪਿਤਾ ਸਾਨੂੰ ਦੇਖ ਰਿਹਾ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਕਰ ਰਹੇ ਹੋ। ਓ ਮਾਈ ਫੀਟ ਵੇਅਰ ਡੂ ਯੂ ਗੋ ਦੇਰ ਇਜ਼ ਫਾਦਰ ਅਪ ਅਬਵ ਲੁਕਿੰਗ ਡਾਊਨ ਵਿਦ ਟੈਂਡਰ ਲਵ ਸੋ ਬੀ ਕੇਅਰਫੁਲ ਵੇਅਰ ਟੂ ਗੋ। ਉਹ ਮੇਰੇ ਪੈਰ ਤੁਸੀਂ ਕਿੱਥੇ ਜਾ ਰਹੇ ਹੋ, ਸਾਡਾ ਪਿਤਾ ਸਾਨੂੰ ਉੱਪਰੋਂ ਦੇਖ ਰਿਹਾ, ਉਹ ਵੀ ਬਹੁਤ ਹੀ ਪਿਆਰ ਨਾਲ, ਤੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤੇ ਇੱਥੇ ਸਾਨੂੰ ਇਹ ਦੱਸਿਆ ਗਿਆ ਕਿ ਸਾਡਾ ਪਿਤਾ ਰੱਬ ਸਾਨੂੰ ਹਮੇਸ਼ਾ ਹੀ ਦੇਖ ਰਿਹਾ ਉੱਪਰੋਂ ਦੀ, ਤੇ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਚੰਗੀ ਚੀਜ਼ਾਂ ਨੂੰ ਦੇਖੀਏ, ਚੰਗੀ ਗੱਲਾਂ ਸੁਣੀਏ, ਚੰਗੇ ਕੰਮ ਕਰੀਏ ਤੇ ਚੰਗੀਆਂ ਥਾਵਾਂ 'ਤੇ ਜਾਈਏ। ਤੇ ਇਹ ਪੋਇਮ ਸਾਨੂੰ ਇਹ ਸਿੱਖਿਆ ਦਿੰਦੀ ਹੈ। ਤੇ ਇਸ ਤੋਂ ਬਾਅਦ ਲੈਟਸ ਰੀਡ ਤੇ ਹੁਣ ਅਸੀਂ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਪੜ੍ਹਾਂਗੇ ਤੇ ਪਿਕਚਰਸ ਦੇ ਫਾਰਮ ਵਿੱਚ ਵੀ ਇਹ ਸਟੋਰੀ ਸਾਨੂੰ ਦਿੱਤੀ ਗਈ ਹੈ, ਪਰ ਅਸੀਂ ਇਸ ਨੂੰ ਰੀਡ ਕਰਾਂਗੇ। ਅ ਮੈਨ ਐਂਡ ਹਿਜ਼ ਸਨ। ਵਨ ਡੇ ਅ ਮੈਨ ਵਾਜ਼ ਗੋਇੰਗ ਟੂ ਮਾਰਕੀਟ ਵਿਦ ਹਿਜ਼ ਸਨ ਐਂਡ ਹਿਜ਼ ਐਸ। ਤੇ ਇੱਕ ਦਿਨ ਇੱਕ ਬੰਦਾ ਮਾਰਕੀਟ ਵਿੱਚ ਜਾ ਰਿਹਾ ਸੀਗਾ ਆਪਣੇ ਪੁੱਤਰ ਦੇ ਨਾਲ ਤੇ ਇੱਕ ਗਧੇ ਦੇ ਨਾਲ। ਦੇ ਮੈਟ ਅ ਕਪਲ on the way. Why walk when you have an ass to ride? Called out the husband. Let the boy get on the ass. ਤੇ ਇੱਕ ਮੀਨਸ ਕਿ ਕਪਲ ਜਾ ਰਿਹਾ ਸੀਗਾ, ਹਸਬੈਂਡ ਵਾਈਫ ਜਾ ਰਹੇ ਸੀਗੇ ਤੇ ਹਸਬੈਂਡ ਨੇ ਉਹਨਾਂ ਨੂੰ ਕਿਹਾ ਕਿ ਮੁੰਡੇ ਨੂੰ ਗਧੇ ਦੇ ਉੱਪਰ ਬਿਠਾ ਦਿਓ। I would like that, said the boy. ਤੇ ਮੁੰਡੇ ਨੇ ਕਿਹਾ ਕਿ ਹਾਂ ਮੈਨੂੰ ਇਹ ਗੱਲ ਵਧੀਆ ਲੱਗੀ। Help me up, father. ਪਿਤਾ ਜੀ ਮੇਰੀ ਮਦਦ ਕਰੋ। Soon they met another couple. ਤੇ ਇਸ ਤਰ੍ਹਾਂ ਉਹ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਹੋਰ ਕਪਲ ਮਿਲਿਆ। How shameful of you, cried the woman.
ਲੈਟ ਯੂਰ ਫਾਦਰ ਰਾਈਡ, ਵੋਂਟ ਹੀ ਬੀ ਟਾਇਰਡ। ਤੇ ਫਿਰ ਔਰਤ ਨੇ ਕਿਹਾ ਵੀ ਕਿੰਨੇ ਸ਼ਰਮ ਦੀ ਗੱਲ ਹੈ ਕਿ ਤੁਹਾਡੇ ਪਿਤਾ ਨੂੰ ਉੱਪਰ ਬਿਠਾ ਦਿਓ ਗਧੇ ਦੇ ਕਿ ਉਹ ਥੱਕ ਗਿਆ ਹੋਏਗਾ। ਉਸ ਤੋਂ ਬਾਅਦ ਕੀ ਹੋਇਆ, ਸੋ ਦਾ ਬॉय ਗॉट ਡਾਊਨ ਐਂਡ ਦਾ ਫਾਦਰ ਰੋਡ ਦਾ ਐਸ ਦਾ ਪੁੱਤਰ, ਸੋ ਉਹ ਮੁੰਡਾ ਉਤਰ ਗਿਆ ਤੇ ਉਸਦਾ ਪਿਤਾ ਉਹ ਗਧੇ ਤੇ ਬੈਠ ਗਿਆ। ਅਗੇਨ ਦੇ ਮਾਰਚਡ ਔਨ, ਤੇ ਫਿਰ ਉਸ ਤਰ੍ਹਾਂ ਤੁਰਨ ਲੱਗੇ। ਪੂਅਰ ਬॉय ਸੈਡ ਦ ਨੈਕਸਟ ਪਰਸਨ ਦੇ ਮੈਟ, ਵਾਈ ਸ਼ੁੱਡ ਦ ਲੇਜ਼ੀ ਫਾਦਰ ਰਾਈਡ ਵਿਦ ਹਿਜ਼ ਸਨ ਇਜ਼ ਵਾਕਿੰਗ। ਤੇ ਉਸ ਬੰਦੇ ਨੇ ਕਿਹਾ ਕਿ ਸੁਸਤ ਪਿਤਾ ਨੂੰ ਰਾਈਡ ਕਿਉਂ ਕਰਨੀ ਚਾਹੀਦੀ ਹੈ ਜਦੋਂ ਉਸਦਾ ਪੁੱਤਰ ਤੁਰ ਰਿਹਾ। ਤੇ ਉਸ ਤੋਂ ਬਾਅਦ ਕੀ ਹੋਇਆ, ਸੋ ਦਾ ਬॉय ਗॉट ਔਨ ਟੂ ਦ ਐਸ ਟੂ, ਫਿਰ ਮੁੰਡਾ ਵੀ ਗਧੇ ਦੇ ਉੱਪਰ ਬੈਠ ਗਿਆ। ਹੁਣ ਪਿਤਾ ਤੇ ਪੁੱਤਰ ਦੋਵੇਂ ਹੀ ਗਧੇ ਤੇ ਹਨ। ਐਜ਼ ਦੇ ਵੈਂਟ ਔਨ ਦੇ ਮੈਟ ਸਮ ਟਰੈਵਲਰਸ, ਤੇ ਫਿਰ ਉਹਨਾਂ ਨੂੰ ਕੁਝ ਯਾਤਰੂ ਮਿਲੇ। ਹਾਊ ਕਰੂਅਲ ਆਫ ਦੈਮ, ਕਿ ਇਹ ਪਿਤਾ ਪੁੱਤਰ ਕਿੰਨੇ ਜ਼ਾਲਮ ਹਨ। ਦੇ ਆਰ ਅਪ ਟੂ ਕਿਲ ਦਾ ਪੂਅਰ ਐਸ, ਕਿ ਇਹ ਦੋਵੇਂ ਤੇ ਗਧੇ ਨੂੰ ਮਾਰ ਹੀ ਦੇਣਗੇ। ਕ੍ਰਾਈਡ ਵਨ ਆਫ ਦਾ ਟਰੈਵਲਰਸ, ਇੱਕ ਯਾਤਰੂ ਨੇ ਕਿਹਾ। ਹੀਅਰਿੰਗ ਦਿਸ ਦ ਫਾਦਰ ਐਂਡ ਸਨ ਗॉट ਡਾਊਨ, ਤੇ ਉਸ ਦੀ ਗੱਲ ਸੁਣ ਕੇ ਪਿਤਾ ਤੇ ਪੁੱਤਰ ਦੋਵੇਂ ਹੀ ਹੇਠਾਂ ਆ ਗਏ। ਤੇ ਉਸ ਤੋਂ ਬਾਅਦ ਕੀ ਹੋਇਆ, ਨਾਓ ਦੇ ਡਿਸਾਈਡਡ ਟੂ ਕੈਰੀ ਦ ਐਸ ਔਨ ਦੇਅਰ ਸ਼ੋਲਡਰਸ, ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਸਟਿੱਕ ਲੈ ਲਈ ਤੇ ਗਧੇ ਨੂੰ ਬੰਨ ਦਿੱਤਾ ਤੇ ਆਪਣੇ ਮੋਢੇ ਤੇ ਉਸ ਸਟਿੱਕ ਨੂੰ ਫੜ ਲਈ, ਜਿਸ ਤਰ੍ਹਾਂ ਤੁਸੀਂ ਡਾਇਗਰਾਮ ਵਿੱਚ ਪਿਕਚਰ ਵਿੱਚ ਦੇਖ ਰਹੇ ਹੋ। ਐਜ਼ ਦੇ ਡਿਡ ਸੋ ਦ ਟਰੈਵਲਰਸ ਬ੍ਰੋਕ ਇਨਟੂ ਲਾਫਟਰ, ਕਿ ਯਾਤਰੂ ਫਿਰ ਹੱਸਣ ਲੱਗੇ। ਦ ਲਾਫਟਰ ਫਰਾਈਟਨਡ ਦਾ ਐਸ, ਤੇ ਉਹ ਗਧਾ ਡਰ ਗਿਆ। ਇਟ ਬ੍ਰੋਕ ਫਰੀ ਐਂਡ ਗੈਲਪਡ ਅਵੇ, ਤੇ ਉਹ ਫਰੀ ਹੋ ਗਿਆ, ਮੀਨਸ ਕਿ ਉਸਨੇ ਉਹ ਰੱਸੀਆਂ ਤੋਂ ਫਰੀ ਹੋ ਗਿਆ, ਖੁੱਲ ਗਿਆ ਤੇ ਗਧਾ ਉਹ ਨੱਠ ਗਿਆ। ਤੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕਿ ਕੀ ਸਿੱਖਿਆ ਮਿਲਦੀ ਹੈ ਕਿ ਯੂ ਕੈਨ ਨਾਟ ਪਲੀਜ਼ ਐਵਰੀਵਨ, ਕਿ ਅਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਮੀਨਸ ਕਿ ਕਿਸ ਤਰ੍ਹਾਂ ਖੁਸ਼ ਨਹੀਂ ਕਰ ਸਕਦੇ, ਜੇ ਤਿੰਨੋਂ ਪੈਦਲ ਜਾ ਰਹੇ ਹਨ ਤਾਂ ਵੀ ਲੋਕ ਕੋਈ ਨਾ ਕੋਈ ਕਮੈਂਟ ਪਾਸ ਕਰ ਰਹੇ ਹਨ। ਜੇ ਇੱਕ ਬੰਦਾ ਭਾਵੇਂ ਪਿਤਾ ਭਾਵੇਂ ਪੁੱਤਰ ਗਧੇ ਤੇ ਹੈ ਤਾਂ ਵੀ ਲੋਕ ਕਮੈਂਟ ਪਾਸ ਕਰ ਰਹੇ ਹਨ। ਜੇ ਦੋਵੇਂ ਹੀ ਗਧੇ ਤੇ ਹਨ ਤਾਂ ਵੀ ਲੋਕ ਕਮੈਂਟ ਪਾਸ ਕਰ ਰਹੇ ਹਨ। ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਸੈਟਿਸਫਾਈ ਜਾਂ ਪਲੀਜ਼ ਨਹੀਂ ਕਰ ਸਕਦੇ, ਸਾਰਿਆਂ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ। ਤੇ ਇਹ ਜਿਹੜੀ ਕਹਾਣੀ ਹੈ ਅਸੀਂ 6th ਕਲਾਸ ਵਿੱਚ ਵੀ ਪੰਜਾਬੀ ਵਿੱਚ ਫਸਟ ਲੈਂਗੁਏਜ ਵਿੱਚ ਉਹ ਪੜ੍ਹਾਂਗੇ। ਤੇ ਉਸ ਚੈਪਟਰ ਦਾ ਨਾਮ ਹੋਏਗਾ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ। ਇਸ ਤੋਂ ਬਾਅਦ ਹੈ ਲੈਟਸ ਰਾਈਟ, ਕਿ ਹੁਣ ਅਸੀਂ ਨੋਟਿਸ ਲਿਖਣਾ ਸਿੱਖਾਂਗੇ। ਇਮੈਜਿਨ ਯੂ ਆਰ ਰਣਜੀਤ, ਸਪੋਜ਼ ਕਰੋ ਕਿ ਤੁਸੀਂ ਰਣਜੀਤ ਹੋ, ਸਟੱਡਿੰਗ ਇਨ ਗਵਰਨਮੈਂਟ ਐਲੀਮੈਂਟਰੀ ਸਕੂਲ ਮਾਨਸਾ, ਕਿ ਤੁਸੀਂ ਇਸ ਸਕੂਲ ਵਿੱਚ ਪੜ੍ਹਦੇ ਹੋ। ਐਂਡ ਯੂ ਹੈਵ ਲੋਸਟ ਯੂਰ ਪੈਨਸਿਲ ਬਾਕਸ, ਤੇ ਤੁਹਾਡੀ ਪੈਨਸਿਲ ਬਾਕਸ ਗੁਆਚ ਗਈ ਹੈ। ਰਾਈਟ ਦ ਨੋਟਿਸ ਅਬਾਊਟ ਇਟ ਫॉर ਦ ਨੋਟਿਸ ਬੋਰਡ ਆਫ ਯੂਰ ਸਕੂਲ, ਕਿ ਇਸ ਲਈ ਤੁਸੀਂ ਨੋਟਿਸ ਲਿਖੋ ਜੋ ਕਿ ਤੁਹਾਡੇ ਸਕੂਲ ਦੇ ਨੋਟਿਸ ਬੋਰਡ ਵਿੱਚ ਲੱਗੂਗਾ। ਤੇ ਨੋਟਿਸ ਵਿੱਚ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ, ਗਵਰਨਮੈਂਟ ਐਲੀਮੈਂਟਰੀ ਸਕੂਲ ਮਾਨਸਾ, ਨੋਟਿਸ, ਫਿਰ ਡੇਟ, ਲੋਸਟ। ਦਿਸ ਇਜ਼ ਟੂ ਇਨਫੋਰਮ ਯੂ ਡੈਟ ਆਈ ਹੈਵ ਲੋਸਟ ਮਾਈ ਪੈਨਸਿਲ ਬਾਕਸ ਇਨ ਦ ਪਲੇਗਰਾਊਂਡ, ਕਿ ਮੇਰਾ ਪੈਨਸਿਲ ਬਾਕਸ ਪਲੇਗਰਾਊਂਡ ਵਿੱਚ ਗੁਆਚ ਚੁੱਕਿਆ। ਇਟ ਇਜ਼ ਬਲੈਕ ਐਂਡ ਰੈਡ ਇਨ ਕਲਰ, ਤੇ ਉਹ ਕਾਲੇ ਤੇ ਲਾਲ ਰੰਗ ਦਾ ਹੈ। ਐਨੀਵਨ ਹੂ ਫਾਈਂਡ ਇਟ ਪਲੀਜ਼ ਰਿਟਰਨ ਇਟ ਟੂ ਦ ਅੰਡਰਸਾਈਨਡ, ਕਿ ਜਿਸ ਨੂੰ ਉਹ ਮਿਲੇ ਉਹ ਹੇਠਾਂ ਦਿੱਤੇ ਗਏ ਬੰਦੇ ਨਾਲ ਸੰਪਰਕ ਕਰਕੇ ਉਸਨੂੰ ਰਿਟਰਨ ਕਰੇ। ਰਣਜੀਤ ਕਲਾਸ 5। ਤੇ ਇਸ ਤਰ੍ਹਾਂ ਅਸੀਂ ਨੋਟਿਸ ਲਿਖ ਸਕਦੇ ਹਾਂ। ਇਸ ਤੋਂ ਬਾਅਦ ਮੇਕ ਅ ਲਿਸਟ ਆਫ ਥਿੰਗਸ ਡੈਟ ਵੀ ਗੈਟ ਫਰੋਮ ਟਰੀਜ਼, ਕਿ ਸਾਨੂੰ ਰੁੱਖਾਂ ਤੋਂ ਕਿਹੜੀ ਚੀਜ਼ ਮਿਲਦੀ ਹੈ ਤੇ ਅਸੀਂ ਉਸ ਦੇ ਬਾਰੇ ਲਿਖਣਾ ਹੈ। 7 ਚੀਜ਼ਾਂ ਦੇ ਬਾਰੇ ਲਿਖਣਾ ਹੈ। ਫਰੂਟਸ ਮਿਲਦੇ ਹਨ, ਵੈਜੀਟੇਬਲਸ ਮਿਲਦੇ ਹਨ, ਆਕਸੀਜਨ ਮਿਲਦੀ ਹੈ, ਸ਼ੇਡ ਛਾਂ ਮਿਲਦੀ ਹੈ, ਵੁੱਡ ਲੱਕੜ ਮਿਲਦੀ ਹੈ, ਮੈਡੀਸਿਨਸ ਦਵਾਈਆਂ ਮਿਲਦੀਆਂ ਹਨ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਲਸੀ ਦੇ ਪੌਦੇ, ਤੁਲਸੀ ਦੇ ਪੱਤੇ ਜਾਂ ਜੜੀ ਬੂਟੀਆਂ ਵੀ ਸਾਨੂੰ ਰੁੱਖਾਂ ਤੋਂ ਮਿਲਦੀਆਂ, ਤੇ ਮੈਡੀਸਿਨਸ ਵੀ ਸਾਨੂੰ ਮਿਲਦੀਆਂ। ਸ਼ੈਲਟਰਸ ਫॉर ਬਰਡਸ ਐਂਡ ਐਨੀਮਲਸ, ਤੇ ਕਈ ਬਰਡਸ ਆਪਣੇ ਆਲਣੇ ਬਣਾਉਂਦੇ ਹਨ ਰੁੱਖਾਂ ਦੇ ਵਿੱਚ, ਤੇ ਇਸ ਤਰ੍ਹਾਂ ਉਹਨਾਂ ਨੂੰ ਬਰਡਸ ਐਂਡ ਐਨੀਮਲਸ ਨੂੰ ਸ਼ੈਲਟਰ ਮਿਲਦਾ ਹੈ, ਘਰ ਮਿਲਦਾ ਰੁੱਖਾਂ ਦੇ ਵਿੱਚ। ਤੇ ਇਸ ਤੋਂ ਬਾਅਦ ਹੈ ਪਿਕਚਰ ਕੰਪੋਜੀਸ਼ਨ, ਕਿ ਅਸੀਂ ਪਿਕਚਰ ਦੇਖਣੀ ਤੇ ਉਸ ਦੇ ਬਾਰੇ 5 ਸੈਂਟੈਂਸਸ ਲਿਖਣੇ ਹਨ। ਦੇਅਰ ਆਰ 10 ਪੀਪਲ ਇਨ ਦਾ ਪਿਕਚਰ, ਕਿ ਇਸ ਪਿਕਚਰ ਵਿੱਚ 10 ਪੀਪਲ ਹਨ, 10 ਲੋਕ ਹਨ। 1 ਮੈਨ ਇਜ਼ ਸੈਲਿੰਗ ਆਈਸਕ੍ਰੀਮ ਆਊਟਸਾਈਡ ਅ ਮਾਲ, ਕਿ ਮਾਲ ਦੇ ਬਾਹਰ ਇੱਕ ਬੰਦਾ ਆਈਸਕ੍ਰੀਮ ਵੇਚ ਰਿਹਾ। ਸਮ ਪੀਪਲ ਆਰ ਲੁਕਿੰਗ ਹੈਪੀਡਲੀ ਐਟ ਦ ਆਈਸਕ੍ਰੀਮ ਸ਼ਾਪ, ਕਿ ਕੁਝ ਲੋਕ ਆਈਸਕ੍ਰੀਮ ਸ਼ਾਪ ਵੱਲ ਬਹੁਤ ਹੀ ਖੁਸ਼ੀ ਨਾਲ ਦੇਖ ਰਹੇ ਹਨ। 1 ਬॉय ਇਜ਼ ਈਟਿੰਗ ਸਮਥਿੰਗ, ਇੱਕ ਮੁੰਡਾ ਕੁਝ ਖਾ ਰਿਹਾ। ਸਮ ਪੀਪਲ ਆਰ ਗੋਇੰਗ ਇਨਸਾਈਡ ਦਾ ਮਾਲ, ਤੇ ਕੁਝ ਲੋਕ ਮਾਲ ਦੇ ਅੰਦਰ ਜਾ ਰਹੇ ਹਨ। ਤੇ ਉਸ ਤੋਂ ਬਾਅਦ ਵੈਲਿਊ ਆਈ ਲਰਨਡ, ਕਿ ਅਸੀਂ ਇਸ ਪਾਠ ਤੋਂ ਕੀ ਸਿੱਖਿਆ। ਵੇਜ਼ ਟੂ ਸੇਵ ਮਦਰ ਅਰਥ, ਕਿ ਅਸੀਂ ਧਰਤੀ ਮਾਂ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ। ਗਰੋ ਮੋਰ ਟਰੀਜ਼, ਸਾਨੂੰ ਹੋਰ ਰੁੱਖ ਲਾਣੇ ਚਾਹੀਦੇ ਹਨ। ਯੂਜ਼ ਪੇਪਰ ਬੈਗਸ ਐਂਡ ਸੇ ਨੋ ਟੂ ਪੋਲੀਥੀਨ, ਕਿ ਸਾਨੂੰ ਪੇਪਰ ਬੈਗਸ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਪੋਲੀਥੀਨ ਦੀ, ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਡੂ ਨਾਟ ਪੋਲਿਊਟ ਦਾ ਵਾਟਰ, ਕਿ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੋ। ਡੂ ਨਾਟ ਪੋਲਿਊਟ ਦਾ ਏਅਰ, ਹਵਾ ਨੂੰ ਵੀ ਪ੍ਰਦੂਸ਼ਿਤ ਨਾ ਕਰੋ। ਤੇ ਇਸ ਤੋਂ ਬਾਅਦ ਡਰਾ ਪੋਸਟਰ ਟਾਈਟਲਡ ਸੇਵ ਟਰੀਜ਼, ਤੇ ਇਸ ਤਰ੍ਹਾਂ ਦਾ ਤੁਸੀਂ ਪੋਸਟਰ ਬਣਾ ਸਕਦੇ ਹੋ, ਤੇ ਇਹ ਤੁਸੀਂ ਆਪ ਹੀ ਕਰਨਾ। ਤੇ ਇਸ ਤੋਂ ਬਾਅਦ ਜਰਮੀਨੇਸ਼ਨ ਆਫ ਸੀਡਸ, ਕਿ ਤੁਸੀਂ ਛੋਟਾ ਜਿਹਾ ਪੋਟ ਜਾਂ ਬਾਉਲ ਲੈਣਾ ਤੇ ਉਸ ਵਿੱਚ ਮਿੱਟੀ ਪਾਣੀ ਹੈ, ਤੇ ਉਸ ਦੇ ਵਿੱਚ ਸੀਜ਼ਨ ਦੇ ਅਕੋਰਡਿੰਗਲੀ ਬੀਜ ਬੀਜਣੇ ਹਨ, ਤੇ ਉਸ ਨੂੰ ਰੋਜ਼ ਪਾਣੀ ਦੇਣਾ, ਤੇ ਤੁਸੀਂ ਦੇਖੋਗੇ ਕਿ ਉਹ ਪੌਦਾ ਉੱਗ ਜਾਏਗਾ। ਤੇ ਐਂਡ ਵਿੱਚ ਥਿੰਕ ਓਵਰ ਇਟ, ਇਸ ਬਾਰੇ ਸੋਚ ਵਿਚਾਰ ਕਰੋ। 2 ਮੈਚਿਓਰ ਟਰੀਜ਼ ਕੈਨ ਸਪਲਾਈ ਇਨਫ ਆਕਸੀਜਨ ਐਨੂਅਲੀ ਟੂ ਸਪੋਰਟ ਅ ਫੈਮਿਲੀ ਆਫ 4,
ਕਿ ਸਾਨੂੰ 2 ਵੱਡੇ ਰੁੱਖਾਂ ਤੋਂ ਇੰਨੀ ਆਕਸੀਜਨ ਮਿਲ ਸਕਦੀ ਹੈ ਜਿੰਨੀ ਆਕਸੀਜਨ ਪੂਰੇ ਸਾਲ ਵਿੱਚ 4 ਲੋਕਾਂ ਦੀ ਫੈਮਿਲੀ ਨੂੰ ਚਾਹੀਦੀ ਹੁੰਦੀ ਹੈ।